ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨਾਮੇ ਸਿੰਗਰ ਨੇ ਇੱਕ ਗਾਣਾ ਕੱਢਿਆ ਹੈ ਜਿਸ ਦੇ ਬੋਲ ਹਨ, ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ। ਇਸ ਗੀਤ ਦੇ ਗੀਤਕਾਰ ਸਰਦਾਰ ਵੀਰ ਸਿੰਘ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਗੀਤ ਵਿੱਚ ਕੁਝ ਵੀ ਗਲਤ ਨਹੀਂ ਕਿਹਾ। ਰਣਜੀਤ ਬਾਵੇ ਨੇ ਤਾਂ ਮਾफ़ੀ ਮੰਗ ਲਈ ਹੈ, ਪਰ ਵੀਰ ਸਿੰਘ ਮਾफ़ੀ ਮੰਗਣ ਤੋਂ ਇਨਕਾਰ ਕਰ ਰਿਹਾ ਹੈ। ਖੈਰ, ਉਸ ਦੀ ਮਰਜ਼ੀ। ਇਸ ਗੀਤ ਵਿੱਚ ਸਿੱਖ, ਹਿੰਦੂਆਂ ਅਤੇ ਈਸਾਈਆਂ ਦੇ ਅਕੀਦਿਆਂ 'ਤੇ ਬੇਲੋੜੀ ਅਤੇ ਚੀਪ ਨੁਕਤਾਚੀਨੀ ਕੀਤੀ ਗਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਧਰਮ ਦੇ ਸਭ ਨਿੰਦਕਾਂ ਵਾਂਗ ਮੁਸਲਮਾਨਾਂ ਦੇ ਖਿਲਾਫ ਕੁਝ ਨਹੀਂ ਕਿਹਾ ਗਿਆ। ਕੀ ਇਹਨਾਂ ਨੂੰ ਇਸਲਾਮ ਵਿੱਚ ਕੋਈ ਨੁਕਸ ਨਜ਼ਰ ਨਹੀਂ ਆਉਂਦਾ? ਅਸੀਂ ਇਹ ਨਹੀਂ ਕਹਿੰਦੇ ਅਤੇ ਨਾ ਹੀ ਚਾਹੁੰਦੇ ਹਾਂ ਕਿ ਮੁਸਲਮਾਨਾਂ ਦੇ ਖਿਲਾਫ ਵੀ ਬੋਲਿਆ ਜਾਵੇ, ਪਰ ਇੱਥੇ ਇਹ ਗੱਲ ਨੋਟ ਕਰਨੋਂ ਰਿਹਾ ਨਹੀਂ ਜਾ ਸਕਦਾ ਕਿ ਇਹ ਲੋਕ ਮੁਸਲਮਾਨ ਦੇ ਛਿੱਤਰ ਤੋਂ ਡਰਦੇ ਹਨ, ਜਦ ਕਿ ਇਹਨਾਂ ਨੂੰ ਪਤਾ ਹੈ ਕਿ ਨਾ ਹਿੰਦੂਆਂ ਦੇ ਖਿਲਾਫ ਬੋਲਣ ਨਾਲ ਕੋਈ ਫਰਕ ਪੈਣਾ ਹੈ ਅਤੇ ਨਾ ਹੀ ਈਸਾਈਆਂ ਦੇ ਖਿਲਾਫ। ਸਿੱਖਾਂ ਦੇ ਮੁੱਢਲੇ ਅਸੂਲਾਂ 'ਤੇ ਤਾਂ ਇਹ ਹੁਣ ਕਈ ਦਹਾਕਿਆਂ ਤੋਂ ਬੋਲ ਰਹੇ ਹਨ ਅਤੇ ਬਹੁਤ ਕੁਝ ਬੋਲ ਚੁੱਕੇ ਹਨ, ਪਰ ਸਿੱਖਾਂ ਵੱਲੋਂ ਕੋਈ ਖਾਸ ਪ੍ਰਤੀਕਿਰਿਆ ਨਹੀਂ ਹੋਈ, ਜਿਸ ਕਰਕੇ ਇਹਨਾਂ ਦੇ ਹੌਸਲੇ ਵੱਧਦੇ ਜਾ ਰਹੇ ਹਨ। ਅੱਜ ਕੱਲ੍ਹ ਇਹ ਫੈਸ਼ਨ ਜਿਹਾ ਬਣ ਗਿਆ ਹੈ ਕਿ ਧਾਰਮਿਕ ਰਹੁ-ਰੀਤਾਂ ਉੱਪਰ ਟਿੱਪਣੀ ਕਰਕੇ ਵਾਹ-ਵਾਹ ਖੱਟੀ ਜਾਵੇ ਅਤੇ ਮਕਬੂਲੀਅਤ ਹਾਸਲ ਕੀਤੀ ਜਾਵੇ। ਪਰ ਜਦੋਂ ਅਜਿਹਾ ਕਰਨ ਵਾਲਿਆਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹਨ, ਤਾਂ ਉਹ ਫੱਟ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਜਿਵੇਂ ਕਿ ਭਗਤ ਰਵਿਦਾਸ ਜੀ ਜਾਂ ਭਗਤ ਕਬੀਰ ਜੀ ਦੀ ਮਿਸਾਲ ਦੇ ਕੇ ਕਹਿੰਦੇ ਹਨ ਕਿ ਉਹਨਾਂ ਨੇ ਵੀ ਤਾਂ ਧਾਰਮਿਕ ਰਹੁ-ਰੀਤਾਂ 'ਤੇ ਟਿੱਪਣੀਆਂ ਕੀਤੀਆਂ ਸਨ। ਸੋ ਜੇ ਉਹ ਇਸ ਤਰ੍ਹਾਂ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਸਾਡਾ ਇਸ ਬਾਰੇ ਇਹ ਮੱਤ ਹੈ ਕਿ ਕਿਸੇ ਵੀ ਫੀਲਡ ਵਿੱਚ ਕੇਵਲ ਉਹੀ ਸ਼ਖਸ ਟਿੱਪਣੀ ਕਰ ਸਕਦਾ ਜੋ ਉਸ ਫੀਲਡ ਵਿੱਚ ਮਾਹਰ ਹੋਵੇ। ਦੂਸਰੀ ਸ਼ਰਤ ਇਹ ਹੈ ਕਿ ਕਿਸੇ ਰਹੁ-ਰੀਤ 'ਤੇ ਟਿੱਪਣੀ ਕਰਨ ਵਾਲੇ ਪਾਸ ਉਸ ਰੀਤ ਦਾ ਬਦਲ ਹੋਵੇ। ਭਾਵ, ਜੇ ਉਹ ਕਿਸੇ ਧਾਰਮਿਕ ਸਿਧਾਂਤ ਦੀ ਜਾਂ ਕਿਸੇ ਵੀ ਫੀਲਡ ਦੇ ਕਿਸੇ ਵੀ ਸਿਧਾਂਤ 'ਤੇ ਚੋਟ ਕਰਨੀ ਚਾਹੁੰਦਾ ਹੈ ਤਾਂ ਉਹ ਨਾਲ ਹੀ ਉਸ ਦੇ ਬਦਲੇ ਆਪਣਾ ਸਿਧਾਂਤ ਪੇਸ਼ ਕਰੇ ਅਤੇ ਸਮੱਸਿਆ ਦਾ ਹੱਲ ਦੱਸੇ ਕਿ ਇਸ ਦੀ ਥਾਂ 'ਤੇ ਇਹ ਕਰਨਾ ਚਾਹੀਦਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਜੇ ਆਨਮਤੀ ਤੀਰਥਾਂ 'ਤੇ ਕਟਾਕਸ਼ ਕੀਤੇ ਸਨ ਤਾਂ ਉਹਨਾਂ ਨੇ ਨਾਲ ਹੀ ਲੋਕਾਂ ਨੂੰ ਤੀਰਥਾਂ ਦੀ ਰੀਤ ਦਾ ਬਦਲ ਵੀ ਦਿੱਤਾ ਸੀ। ਗੁਰੂ ਸਾਹਿਬ ਦਾ ਫੁਰਮਾਨ ਹੈ, ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਸਾਹਿਬ ਜੀ ਧਰਮ ਦੇ ਖੇਤਰ ਦੇ ਮਹਾਂ ਆਚਾਰਿਆ ਹਨ। ਸੋ ਜੇਕਰ ਉਹ ਕਿਸੇ ਧਾਰਮਿਕ ਰੀਤ 'ਤੇ ਟਿੱਪਣੀ ਕਰਦੇ ਹਨ ਤਾਂ ਲੋਕ ਉਹਨਾਂ ਦੀ ਗੱਲ ਸੁਣਦੇ ਵੀ ਹਨ ਅਤੇ ਗੁੱਸਾ ਨਹੀਂ ਕਰਦੇ। ਜੇ ਕੋਈ ਉਹਨਾਂ ਦੀ ਧਾਰਮਿਕ ਟਿੱਪਣੀ 'ਤੇ ਗੁੱਸਾ ਕਰਦਾ ਸੀ ਤਾਂ ਗੁਰੂ ਸਾਹਿਬ ਉਸ ਨੂੰ ਸਹਿਜੇ ਹੀ ਅਤੇ ਸੁਖੈਨ ਹੀ ਸਮਝਾ ਦਿੰਦੇ ਸਨ ਕਿ ਅਸਲ ਮੁੱਦਾ ਕੀ ਹੈ। ਵੇਈ ਨਦੀ ਵਿੱਚ ਅਲੋਪ ਹੋਣ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ 3 ਦਿਨ ਬਾਅਦ ਪ੍ਰਗਟ ਹੋਏ ਸਨ ਤਾਂ ਮੁਸਲਮਾਨਾਂ ਨੇ ਗੁਰੂ ਸਾਹਿਬ ਨੂੰ ਮਸੀਤ ਵਿੱਚ ਆ ਕੇ ਉਹਨਾਂ ਨਾਲ ਨਮਾਜ਼ ਅਦਾ ਕਰਨ ਲਈ ਬੇਨਤੀ ਕੀਤੀ। ਗੁਰੂ ਸਾਹਿਬ ਮਸੀਤ 'ਤੇ ਚਲੇ ਗਏ, ਪਰ ਉਹਨਾਂ ਨੇ ਨਮਾਜ਼ ਅਦਾ ਨਾ ਕੀਤੀ। ਜਦੋਂ ਮੁਸਲਮਾਨ ਆਗੂਆਂ ਨੇ ਗੁੱਸਾ ਜ਼ਾਹਰ ਕੀਤਾ ਕਿ ਗੁਰੂ ਸਾਹਿਬ ਨੇ ਨਮਾਜ਼ ਕਿਉਂ ਨਹੀਂ ਪੜ੍ਹੀ, ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਨਮਾਜ਼ ਤਾਂ ਕਿਸੇ ਨੇ ਵੀ ਨਹੀਂ ਪੜ੍ਹੀ। ਜਦੋਂ ਪੁੱਛਿਆ ਗਿਆ ਕਿ ਇਸ ਦਾ ਕੀ ਮਤਲਬ ਹੈ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਕੋਈ ਆਪਣੇ ਘਰੇ ਸੂਣ ਵਾਲੀ ਘੋੜੀ ਬਾਰੇ ਸੋਚ ਰਿਹਾ ਸੀ ਅਤੇ ਕੋਈ ਹੋਰ ਘਰੋਗੀ ਮਾਮਲਿਆਂ ਬਾਰੇ। ਨਮਾਜ਼ ਵਿੱਚ ਤਾਂ ਕਿਸੇ ਦਾ ਵੀ ਧਿਆਨ ਨਹੀਂ ਸੀ। ਜਦੋਂ ਇਹ ਗੱਲ ਮੁਸਲਮਾਨਾਂ ਨੇ ਸੁਣੀ ਤਾਂ ਉਹ ਜਾਣ ਗਏ ਕਿ ਗੁਰੂ ਸਾਹਿਬ ਉੱਚੀ ਅਜ਼ਮਤ ਵਾਲੇ ਅੰਤਰਜਾਮੀ ਵਲੀ ਹਨ। ਇੱਥੇ ਉਹਨਾਂ ਦੀ ਸਿੱਖਿਆ ਇਹ ਨਹੀਂ ਸੀ ਕਿ ਨਮਾਜ਼ ਦੇ ਖਿਲਾਫ ਬੋਲਿਆ ਜਾਵੇ, ਬਲਕਿ ਵਿਚਲੀ ਭਾਵਨਾ ਇਹ ਸੀ ਕਿ ਨਮਾਜ਼ ਅਦਾ ਕਰਦਿਆਂ ਧਿਆਨ ਅੱਲਾਹ ਵੱਲ ਰੱਖਣਾ ਚਾਹੀਦਾ ਹੈ, ਨਾ ਕਿ ਸੰਸਾਰ ਦੇ ਕੰਮਾਂ ਵੱਲ। ਜਦੋਂ ਜਗਨਨਾਥਪੁਰੀ ਵਿਖੇ ਗੁਰੂ ਸਾਹਿਬ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤਾਂ ਪਾਂਡਿਆਂ ਵੱਲੋਂ ਪੁੱਛਣ 'ਤੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਉਹ ਤਾਂ ਆਰਤੀ ਵਿੱਚ ਸ਼ਾਮਲ ਹੋਏ ਸਨ, ਪਰ ਪਾਂਡੇ ਕਹਿਣ ਕਿ ਨਹੀਂ ਸ਼ਾਮਲ ਹੋਏ। ਇਸ ਪਰ ਗੁਰੂ ਸਾਹਿਬ ਨੇ ਪਾਂਡਿਆਂ ਨੂੰ ਬ੍ਰਹਿਮੰਡ ਵਿੱਚ ਹੋਣ ਵਾਲੀ ਇਲਾਹੀ ਆਰਤੀ ਦੇ ਦਰਸ਼ਨ ਕਰਵਾਏ ਅਤੇ ਇਹ ਸ਼ਬਦ ਉਚਾਰਨ ਕੀਤਾ ਜੋ ਹੁਣ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ। ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਂ ਲਾਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। ਇਹ ਸ਼ਬਦ ਜਦੋਂ ਗੁਰੂ ਸਾਹਿਬ ਨੇ ਮਹਾਵਜਦ ਵਿੱਚ ਗਾਇਨ ਕੀਤਾ ਤਾਂ ਪਾਂਡਿਆਂ ਦੀ ਐਨ ਨਿਸ਼ਾ ਹੋ ਗਈ ਅਤੇ ਉਹ ਨਾ ਕੇਵਲ ਨਿਰੁੱਤਰ ਹੀ ਹੋ ਗਏ, ਬਲਕਿ ਬਹੁਤ ਸਾਰੇ ਤਾਂ ਗੁਰੂ ਸਾਹਿਬ ਜੀ ਦੇ ਸਿੱਖ ਅਤੇ ਸ਼ਰਧਾਲੂ ਵੀ ਬਣ ਗਏ। ਅੱਜ ਜੋ ਗੁਰੂ ਨਾਨਕ ਸਾਹਿਬ ਦੀ ਰੀਸ ਕਰਕੇ ਆਪਣੇ ਘਰਾਂ ਵਿੱਚ ਬੈਠ ਕੇ ਹੋਰਨਾਂ ਧਰਮਾਂ ਦੀਆਂ ਰਸਮਾਂ 'ਤੇ ਮਾੜੀਆਂ ਟਿੱਪਣੀਆਂ ਕਰਨ ਵਿੱਚ ਬੜਾ ਫਖਰ ਸਮਝਦੇ ਹਨ, ਉਹਨਾਂ ਵਿੱਚ ਜੇ ਹਿੰਮਤ ਹੈ ਤਾਂ ਮੱਕੇ ਜਾ ਕੇ ਗੁਰੂ ਨਾਨਕ ਸਾਹਿਬ ਵਾਂਗ ਕਾਬੇ ਵੱਲ ਪੈਰ ਕਰਕੇ ਸੌਂ ਕੇ ਦਿਖਾਉਣ ਅਤੇ ਫਿਰ ਪੁੱਛਣ 'ਤੇ ਕਾਬਾ ਘੁਮਾ ਕੇ ਦਿਖਾਉਣ।
ਜੇ ਹਿੰਮਤ ਹੈ ਤਾਂ ਜਗਨਨਾਥਪੁਰੀ ਜਾ ਕੇ ਮੰਦਿਰ ਵਿੱਚ ਪਾਂਡਿਆਂ ਨਾਲ ਗੱਲ ਕਰਕੇ ਦਿਖਾਉਣ। ਆਪਣੇ ਘਰਾਂ ਵਿੱਚ ਬੈਠ ਕੇ ਇੰਟਰਨੈਟ ਤੇ ਹੋਰਨਾਂ ਧਰਮਾਂ ਬਾਰੇ ਗਲਤ ਟਿੱਪਣੀਆਂ ਕਰਨ ਤੋਂ ਪਹਿਲਾਂ ਸੋਚਿਆ ਕਰੋ ਕਿ ਤੁਹਾਡੇ ਬੋਲਾਂ ਨਾਲ ਸਮਾਜ ਵਿੱਚ ਕੀ ਅਸਰ ਹੋਵੇਗਾ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਬੋਲਾਂ ਨਾਲ ਧਾਰਮਿਕ ਮਾਹੌਲ ਖਰਾਬ ਹੋਵੇਗਾ, ਧਰਮਾਂ ਵਿੱਚ ਨਫ਼ਰਤ ਵਧੇਗੀ ਅਤੇ ਫਸਾਦ ਵੀ ਹੋ ਸਕਦੇ ਹਨ। ਤੁਹਾਡਾ ਕੀ ਹੈ? ਤੁਸੀਂ ਤਾਂ ਕੱਲ੍ਹ ਰਣਜੀਤ ਬਾਵੇ ਵਾਂਗ ਗੀਤ ਗਾ ਕੇ ਮਾफ़ੀ ਮੰਗ ਲਵੋਗੇ, ਜਾਂ ਸਿੱਖਾਂ ਨੂੰ ਖੁਸ਼ ਕਰਨ ਲਈ ਕੁਝ ਧਾਰਮਿਕ ਗੀਤ ਗਾ ਦੇਵੋਗੇ, ਜਾਂ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਹਿੰਦੂ ਵੀਰਾਂ ਨੂੰ ਖੁਸ਼ ਕਰ ਦੇਵੋਗੇ, ਜਾਂ ਵਾਲ ਖਿਲਾਰ ਕੇ ਅਤੇ ਹਰੀ ਪੱਗ ਬੰਨ੍ਹ ਕੇ ਸੂਫੀ ਕਾਫੀਆਂ ਗਾ ਕੇ ਮੁਸਲਮਾਨਾਂ ਨੂੰ ਵੀ ਖੁਸ਼ ਕਰ ਲਵੋਗੇ। ਪਰ ਤੁਹਾਡੇ ਗਲਤ ਗੀਤਾਂ ਨਾਲ ਸਮਾਜ ਵਿੱਚ ਜੋ ਮਾੜਾ ਅਸਰ ਪੈ ਰਿਹਾ ਹੈ, ਉਸ ਕਾਰਨ ਬਹੁਤ ਨੁਕਸਾਨ ਹੋ ਰਿਹਾ। ਰਣਜੀਤ ਬਾਵਾ, ਜਿਸ ਨੇ ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਹੈ ਗੀਤ ਗਾਇਆ ਹੈ, ਉਹ ਦੱਸੇ ਕਿ ਉਸ ਦੀ ਕੀ ਧਾਰਮਿਕ ਕੁਆਲੀਫਿਕੇਸ਼ਨ ਹੈ ਕਿ ਉਹ ਧਰਮ ਦੇ ਖੇਤਰ ਵਿੱਚ ਕੁਝ ਬੋਲ ਸਕੇ। ਇਸ ਗੀਤ ਦੇ ਗੀਤਕਾਰ ਬੀਰ ਸਿੰਘ ਨੂੰ ਵੀ ਅਸੀਂ ਪੁੱਛਦੇ ਹਾਂ ਕਿ ਉਹ ਦੱਸੇ ਕਿ ਉਸ ਦਾ ਧਾਰਮਿਕ ਅਧਿਐਨ ਕੀ ਹੈ, ਕਿ ਉਹ ਧਾਰਮਿਕ ਰੀਤਾਂ ਤੇ ਆਪਣੀਆਂ ਚੁੰਚ ਗਿਆਨਮਈ ਟਿੱਪਣੀਆਂ ਕਰ ਰਿਹਾ ਹੈ। ਜੇ ਧਾਰਮਿਕ ਅਧਿਐਨ ਨਹੀਂ ਹੈ, ਪਰ ਜੇ ਉਹਨਾਂ ਦਾ ਕੋਈ ਮਿਸਟੀਕਲ ਭਾਵ ਰਹੱਸਵਾਦੀ ਆਤਮਿਕ ਤਜਰਬਾ ਹੈ ਜਿਸ ਦੇ ਆਧਾਰ ਤੇ ਉਹਨਾਂ ਨੂੰ ਕੋਈ ਇਲਾਹੀ ਇੰਕਸ਼ਾਫ ਹੋਇਆ ਹੈ, ਤਾਂ ਵੀ ਉਹਨਾਂ ਦੇ ਕਲਾਮ ਤੇ ਗੌਰ ਕੀਤਾ ਜਾ ਸਕਦਾ। ਪਰ ਧਾਰਮਿਕ ਅਧਿਐਨ ਅਤੇ ਰਹੱਸਵਾਦੀ ਰੂਹਾਨੀ ਤਜਰਬੇ ਦੀ ਅਣਹੋਂਦ ਦੀ ਸੂਰਤ ਵਿੱਚ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਧਰਮਾਂ ਤੇ ਅਤੇ ਧਾਰਮਿਕ ਰੀਤੀਆਂ ਕਰਨ ਵਾਲੇ ਲੋਕਾਂ ਤੇ ਆਪਣੀਆਂ ਟਿੱਪਣੀਆਂ ਕਰਨ ਅਤੇ ਉਹਨਾਂ ਦੇ ਦਿਲ ਦਿਖਾਉਣ। ਇੱਕ ਹੋਰ ਗੀਤ ਵਿੱਚ ਗੀਤਕਾਰ ਬੀਰ ਸਿੰਘ ਬੜੇ ਫਖਰ ਨਾਲ ਕਹਿ ਰਹੇ ਹਨ ਕਿ ਮੈਂ ਸੋਚ ਰਿਹਾ ਹਾਂ ਕਿ ਇਹ ਫੁੱਲ ਮੈਂ ਮਹਿਬੂਬ ਨੂੰ ਦੇ ਆਵਾਂ, ਤੇਰੇ ਕਦਮਾਂ 'ਚ ਚੜਾਉਣ ਨਾਲੋਂ ਤਾਂ ਚੰਗਾ ਏ। ਇਹਨੂੰ ਸੁੰਘਿਆਂ ਉਸ ਦੀ ਜ਼ਿੰਦਗੀ ਦੇ 2 ਪਲ ਤਾਂ ਮਹਿਕਣਗੇ, ਪੱਥਰਾਂ ਨੂੰ ਗੁਲਾਬ ਸੰਘਾਉਣ ਨਾਲੋਂ ਤਾਂ ਚੰਗਾ ਏ। ਪਹਿਲੀ ਗੱਲ ਤਾਂ ਇਹ ਹੈ ਕਿ ਬੀਰ ਸਿੰਘ ਦੇਖਣ ਨੂੰ ਸਿੱਖ ਲੱਗਦੇ ਹਨ, ਫਿਰ ਉਹਨਾਂ ਨੂੰ ਕੀ ਲੋੜ ਹੈ ਕਿ ਉਹ ਹਿੰਦੂਆਂ ਨੂੰ ਪੱਥਰਾਂ ਨੂੰ ਫੁੱਲ ਚੜਾਉਣ ਦਾ ਮਿਹਣਾ ਮਾਰਨ। ਦੂਸਰੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਸ ਮਹਿਬੂਬ ਨੂੰ ਉਹ ਫੁੱਲ ਚੜਾਉਣ ਦੀ ਗੱਲ ਕਰ ਰਿਹਾ ਹੈ, ਕਿ ਉਹ ਵੀ ਪੱਥਰਾਂ ਦੀ ਮੂਰਤੀ ਵਾਂਗ ਹੀ ਮਾਸ ਦੀ ਮੂਰਤੀ ਨਹੀਂ ਹੈ। ਪੱਥਰ ਵੀ ਨਿਰਜੀਵ ਹੈ ਅਤੇ ਮਾਸ ਵੀ। ਫਿਰ ਸਰਦਾਰ ਬੀਰ ਸਿੰਘ ਜੀ ਇਹ ਦੱਸਣ ਕਿ ਪੱਥਰ ਦੀ ਮੂਰਤ ਅੱਗੇ ਫੁੱਲ ਚੜਾਉਣ ਨਾਲੋਂ ਮਾਸ ਦੀ ਮੂਰਤ ਅੱਗੇ ਫੁੱਲ ਚੜਾਉਣ ਵਿੱਚ ਕੀ ਵਡਿਆਈ ਹੈ। ਅਸੀਂ ਉੱਦਾਂ ਕਿਸੇ ਦੀ ਸ਼ਾਇਰੀ ਵਿੱਚ ਕੋਈ ਦਖਲ ਨਹੀਂ ਦਿੰਦੇ, ਪਰ ਜਦੋਂ ਅਨਕੁਆਲੀਫਾਈਡ ਲੋਕ ਧਰਮ ਬਾਰੇ ਟਿੱਪਣੀਆਂ ਕਰਨ ਅਤੇ ਕਰੀ ਹੀ ਜਾਣ ਤਾਂ ਉਹਨਾਂ ਨੂੰ ਕੁਝ ਜਵਾਬ ਦੇਣਾ ਤਾਂ ਬਣਦਾ ਹੀ ਹੈ। ਖੈਰ, ਪੱਥਰਾਂ ਦਾ ਤਾਂ ਸਾਨੂੰ ਪਤਾ ਨਹੀਂ, ਪਰ ਜੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਫੁੱਲ ਭੇਟ ਕੀਤੇ ਜਾਣ ਤਾਂ ਆਪਣੀ ਜ਼ਿੰਦਗੀ ਵਿੱਚ ਮਹਿਕਾਂ ਹੀ ਮਹਿਕਾਂ ਹੋ ਜਾਂਦੀਆਂ ਹਨ। ਮਸ਼ਹੂਰ ਗੀਤਕਾਰ ਅਤੇ ਗੁਰਮਤਿ ਸਾਹਿਤਕਾਰ ਭਾਈ ਵੀਰ ਸਿੰਘ ਜੀ ਦਾ ਨਿੱਤ ਦਾ ਇਹ ਕਰਮ ਸੀ ਕਿ ਉਹ ਆਪਣੇ ਘਰ ਦੇ ਆਂਗਣ ਵਿੱਚ ਸੋਹਣੇ ਸੋਹਣੇ ਫੁੱਲ ਉਗਾ ਕੇ ਉਹਨਾਂ ਨੂੰ ਦਰਬਾਰ ਸਾਹਿਬ ਭੇਟ ਕਰਿਆ ਕਰਦੇ ਸਨ। ਇਸ ਨਾਲ ਉਹਨਾਂ ਨੂੰ ਜੋ ਤਸਕੀਨ ਅਤੇ ਸਵਾਬ ਮਿਲਦਾ ਸੀ, ਉਸ ਬਾਰੇ ਅੱਜ ਕੱਲ੍ਹ ਦੇ ਇਹ ਗੀਤਕਾਰ ਕੀ ਅੰਦਾਜ਼ਾ ਲਾ ਸਕਦੇ ਹਨ। ਭਾਈ, ਇਹ ਗੱਲ ਸਮਝੋ ਕਿ ਤੁਸੀਂ ਜੋ ਅਰਪਣ ਕਰਦੇ ਹੋ ਉਹ ਹੀ ਤੁਹਾਨੂੰ ਵਾਪਸ ਮਿਲਦਾ ਹੈ। ਪਿਆਰ ਨਾਲ ਮਹਿਕਾਂ ਭਰੇ ਫੁੱਲ ਗੁਰੂ ਸਾਹਿਬ ਅੱਗੇ ਭੇਟ ਕਰਨ ਨਾਲ ਆਪਣੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਦੀਆਂ ਖੁਸ਼ਬੂਆਂ ਪ੍ਰਗਟ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਨੂੰ ਭਾਵੇਂ ਤੁਹਾਡੇ ਫੁੱਲਾਂ ਦੀ ਲੋੜ ਨਹੀਂ ਹੈ, ਪਰ ਪਿਆਰ ਦਾ ਤਕਾਜ਼ਾ ਇਹ ਹੈ ਕਿ ਆਪਣੇ ਮਹਿਬੂਬ ਗੁਰੂ ਸਾਹਿਬ ਨੂੰ ਸੋਹਣੇ ਸੋਹਣੇ ਫੁੱਲ ਭੇਟ ਕੀਤੇ ਜਾਣ। ਇਹ ਇਲਾਹੀ ਇਸ਼ਕ ਦਾ ਇੱਕ ਨਮੂਨਾ ਹੈ। ਮੇਰਾ ਕੀ ਕਸੂਰ ਗੀਤ ਵਿੱਚ ਕਈ ਚੰਗੀਆਂ ਗੱਲਾਂ ਵੀ ਕਹੀਆਂ ਹਨ ਅਤੇ ਇਹ ਗੀਤ ਅਸਲ ਵਿੱਚ ਗਰੀਬ ਅਤੇ ਲਤਾੜੇ ਲੋਕਾਂ ਦੇ ਦਰਦ ਦੀ ਗੱਲ ਕਰਦਾ ਹੈ। ਪਰ ਦੀਨਾ ਮਜ਼ਲੂਮਾਂ ਦੀ ਦਰਦ ਭਰੀ ਦਾਸਤਾਨ ਦੱਸਣ ਲਈ ਤੁਹਾਨੂੰ ਧਰਮ ਅਤੇ ਧਾਰਮਿਕ ਲੋਕਾਂ ਦੀ ਬੇਲੋੜੀ ਆਲੋਚਨਾ ਕਰਨ ਦੀ ਲੋੜ ਨਹੀਂ ਹੈ। ਸਿੱਖਾਂ ਦੇ ਮੁੱਖ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਦੀਆਂ ਤੋਂ ਅੰਮ੍ਰਿਤ ਵੇਲੇ ਕੱਚੀ ਲੱਸੀ ਭਾਵ ਦੁੱਧ ਅਤੇ ਪਾਣੀ ਦੇ ਮਿਸ਼ਰਣ ਨਾਲ ਸਫਾਈ ਕੀਤੀ ਜਾਂਦੀ ਹੈ। ਇਹ ਸਫਾਈ ਕਰਨੀ ਅਤ ਲਾਜ਼ਮੀ ਹੈ ਕਿਉਂਕਿ ਇੱਥੇ ਲੱਖਾਂ ਲੋਕ ਹਰ ਰੋਜ਼ ਆਉਂਦੇ ਹਨ। ਇਹ ਅਸਥਾਨ ਦੀ ਸਫਾਈ ਲਈ ਪੁਰਾਤਨ ਸਮੇਂ ਤੋਂ ਹੀ ਕੱਚੀ ਲੱਸੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਜਗ੍ਹਾ ਤੁਸੀਂ ਦੇਖ ਲਓ ਕਿੰਨੇ 100 ਸਾਲਾਂ ਤੋਂ ਬਾਅਦ ਵੀ ਨਵੀਨ ਅਤੇ ਤਾਜ਼ਾ ਲੱਗਦੀ ਹੈ। ਜੇ ਕੈਮੀਕਲਾਂ ਨਾਲ ਬਣੇ ਸਾਬਣਾਂ ਅਤੇ ਸੋਡਿਆਂ ਨਾਲ ਇਸ ਜਗ੍ਹਾ ਦੀ ਸਫਾਈ ਕੀਤੀ ਜਾਵੇਗੀ ਤਾਂ ਵੀ ਤਾਂ ਪੈਸੇ ਖਰਚ ਹੋਣਗੇ ਹੀ ਨਾ, ਅਤੇ ਫਿਰ ਕੋਈ ਗਰੰਟੀ ਨਹੀਂ ਕਿ ਉਹ ਕੱਚੀ ਲੱਸੀ ਵਾਂਗ ਵਧੀਆ ਸਫਾਈ ਕਰ ਸਕਣਗੇ ਕਿ ਕੋਈ ਨੁਕਸਾਨ ਕਰਨਗੇ। ਬਿਨਾਂ ਜਾਣੇ ਕਿ ਦੁੱਧ ਦੀ ਵਰਤੋਂ ਧਾਰਮਿਕ ਅਸਥਾਨਾਂ ਦੀ ਸਫਾਈ ਲਈ ਕਿਉਂ ਕੀਤੀ ਜਾਂਦੀ ਹੈ, ਐਵੇਂ ਹੀ ਆਲੋਚਨਾ ਕਰਨੀ ਸਿਆਣਿਆਂ ਅਤੇ ਦਾਨੀਆਂ ਵਾਲੀ ਗੱਲ ਨਹੀਂ ਹੈ। ਗੀਤ ਦੇ ਆਰੰਭਕ ਬੋਲ ਹਨ, ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧ ਆ, ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਆ, ਜੇ ਮੈਂ ਸੱਚ ਬਹੁਤਾ ਬੋਲਿਆ ਤਾਂ ਮੱਚ ਜਾਣਾ ਯੋਧਿਆ। ਇਹਨਾਂ ਦਾ ਦਾਅਵਾ ਹੈ ਕਿ ਇਹ ਸੱਚ ਬੋਲ ਰਹੇ ਹਨ। ਇੰਗਲਿਸ਼ ਵਿੱਚ ਇਸ ਨੂੰ ਸਟੀਰੀਓਟਾਈਪਿੰਗ ਕਹਿੰਦੇ ਹਨ, ਜਿਸ ਦਾ ਅਰਥ ਹੈ ਕਿ 1-2 ਮਿਸਾਲਾਂ ਕਾਰਨ ਸਾਰੀ ਕੌਮ ਨੂੰ ਹੀ ਭੰਡ ਦੇਣਾ।
ਹਿੰਦੂ ਵੀਰ ਜੇ ਮੰਦਿਰ ਵਿੱਚ ਮੂਰਤੀਆਂ ਨੂੰ ਦੁੱਧ ਨਾਲ ਨਵਾਉਂਦੇ ਹਨ ਤਾਂ ਬਹੁਤ ਸਮਾਜ ਭਲਾਈ ਦੇ ਕੰਮ ਵੀ ਕਰ ਰਹੇ ਹਨ। ਹਰੇ ਕ੍ਰਿਸ਼ਨਾ ਵਾਲਿਆਂ ਦੀ ਇਸਕੌਨ ਨਾਂ ਦੀ ਸੰਸਥਾ ਅੱਜ ਕੱਲ੍ਹ ਕਰੋਨਾ ਵਾਇਰਸ ਵਾਲੇ ਦਿਨਾਂ ਵਿੱਚ ਕੇਵਲ ਦਿੱਲੀ ਵਿਖੇ ਹੀ ਹਰ ਰੋਜ਼ 3 ਲੱਖ ਲੋਕਾਂ ਨੂੰ ਫ੍ਰੀ ਭੋਜਨ ਛਕਾ ਰਹੀ ਹੈ। ਕਲਕੱਤਾ, ਮੁੰਬਈ ਅਤੇ ਹੋਰ ਸ਼ਹਿਰਾਂ ਦੀ ਗਿਣਤੀ ਵੀ ਲੱਖਾਂ ਦੀ ਹੈ। ਇਹ ਤਾਂ ਹਿੰਦੂਆਂ ਦੀ ਕੇਵਲ ਇੱਕ ਹੀ ਸੰਸਥਾ ਹੈ, ਹੋਰ ਸੰਸਥਾਵਾਂ ਵੀ ਇਸੇ ਤਰ੍ਹਾਂ ਕਰਦੀਆਂ ਹੋਣਗੀਆਂ। ਸਿੱਖਾਂ ਬਾਰੇ ਤਾਂ ਦੱਸਣ ਦੀ ਲੋੜ ਨਹੀਂ ਕਿ ਕਿੰਨੇ ਲੱਖਾਂ ਲੋਕ ਗੁਰਦੁਆਰਿਆਂ ਚੋਂ ਅਤੇ ਸਿੱਖ ਸੰਸਥਾਵਾਂ ਵੱਲੋਂ ਲਾਏ ਲੰਗਰਾਂ ਵਿੱਚੋਂ ਛਕ ਰਹੇ ਹਨ। ਇਹਨਾਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ। ਈਸਾਈ ਮਤ ਵਾਲੇ ਜਿਨ੍ਹਾਂ ਨੂੰ ਇਸ ਗੀਤ ਵਿੱਚ ਕ੍ਰਾਸ ਪਾਉਣ ਲਈ ਮਿਹਣਾ ਮਾਰਿਆ ਗਿਆ ਹੈ, ਉਹ ਵੀ ਪਿੱਛੇ ਨਹੀਂ ਹਨ। ਉਹਨਾਂ ਵੱਲੋਂ ਵੀ ਲੱਖਾਂ ਲੋਕਾਂ ਨੂੰ ਭੋਜਨ ਖਵਾਇਆ ਜਾ ਰਿਹਾ ਅਤੇ ਹੋਰ ਮਦਦ ਕੀਤੀ ਜਾ ਰਹੀ ਹੈ। ਬਾਕੀ ਇਸ ਗੀਤ ਵਿੱਚ ਬੋਲ ਹਨ ਕਿ ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ। ਇਹ ਠੀਕ ਹੈ ਕਿ ਗਰੀਬਾਂ ਅਤੇ ਮਜ਼ਲੂਮਾਂ ਦੀ ਹਾਲਤ ਦੇਖ ਕੇ ਸਾਨੂੰ ਕਰੁਣਾ ਰਸ ਨਾਲ ਭਰ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਇਹ ਕਹਿਣਾ ਕਿ ਜੇ ਮਾੜੇ ਘਰ ਜੇ ਕੋਈ ਜੰਮਿਆ ਹੈ ਤਾਂ ਉਸ ਦਾ ਕੋਈ ਕਸੂਰ ਨਹੀਂ, ਇਹ ਗੁਰਮਤ ਵੱਲੋਂ ਨਾ ਵਾਕਫੀਅਤ ਦੀ ਨਿਸ਼ਾਨੀ ਹੈ। ਆਪਣੇ ਹੀ ਪਿਛਲੇ ਕਰਮਾਂ ਕਾਰਨ ਸਾਡਾ ਵਰਤਮਾਨ ਹੁੰਦਾ ਹੈ ਅਤੇ ਸਾਡੇ ਵਰਤਮਾਨ ਦੇ ਕਰਮਾਂ ਅਨੁਸਾਰ ਸਾਡਾ ਭਵਿੱਖ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਇਸ ਬਾਰੇ ਬੜਾ ਸਪਸ਼ਟ ਹੈ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਆਪਣੀ ਮਾੜੀ ਹਾਲਤ ਲਈ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਦੋਸ਼ ਆਪਣੇ ਹੀ ਕਰਮਾਂ ਦਾ ਹੁੰਦਾ ਹੈ। ਜੋ ਮੈਂ ਕੀਤਾ ਸੀ ਉਹ ਹੀ ਮੈਂ ਪਾਇਆ ਹੈ, ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਇਸ ਗੀਤ ਵਿੱਚ ਅੱਗੇ ਜਾ ਕੇ ਵੀ ਲਿਖਿਆ ਹੈ, ਗਾਤਰੇ ਜਨੇਊ ਤੇ ਕ੍ਰਾਸ ਗਲ ਪਾ ਲਏ, ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ। ਗੀਤ ਗਾਉਣ ਵਾਲਾ ਰਣਜੀਤ ਬਾਵਾ ਵੀ ਅਤੇ ਗੀਤ ਲਿਖਣ ਵਾਲਾ ਸਰਦਾਰ ਬੀਰ ਸਿੰਘ ਵੀ ਦੇਖਣ ਨੂੰ ਸਿੱਖ ਲੱਗਦੇ ਹਨ, ਪਰ ਇਸ ਦੇ ਬਾਵਜੂਦ ਵੀ ਇਹਨਾਂ ਨੂੰ ਸਿੱਖਾਂ ਵੱਲੋਂ ਗਾਤਰੇ ਪਾਉਣ ਤੇ ਤਕਲੀਫ ਹੈ। ਨਾ ਇਹਨਾਂ ਨੂੰ ਹਿੰਦੂਆਂ ਦਾ ਜਨੇਊ ਪਸੰਦ ਹੈ, ਨਾ ਈਸਾਈਆਂ ਦਾ ਕ੍ਰਾਸ। ਸਿੱਖ ਗਾਤਰੇ ਕਿਰਪਾਨ ਇਸ ਕਰਕੇ ਧਾਰਨ ਕਰਦਾ ਹੈ ਕਿਉਂਕਿ ਇਹ ਗੁਰੂ ਸਾਹਿਬ ਦਾ ਹੁਕਮ ਹੈ। ਹੋਰ ਸੁਣੋ, ਗੁਰੂ ਸਾਹਿਬ ਨੇ ਕਿਰਪਾਨ ਅਤੇ ਬਾਕੀ ਕਕਾਰ ਸਿੱਖ ਨੂੰ ਮੁੱਢਲੀ ਆਤਮਿਕ ਅਵਸਥਾ ਵਿੱਚ ਬਖਸ਼ੇ ਹਨ, ਨਾ ਕਿ ਉਸ ਵਕਤ ਜਦੋਂ ਸਿੱਖ ਦਾ ਜੀਵਨ ਬਾਬਾ ਬੁੱਢਾ ਜੀ ਵਰਗਾ ਜਾਂ ਬਾਬਾ ਦੀਪ ਸਿੰਘ ਜੀ ਵਾਲਾ ਹੋ ਜਾਵੇਗਾ। ਇਸ ਤੋਂ ਇਹ ਸਾਬਤ ਹੈ ਕਿ ਕਕਾਰ ਪਹਿਨਣ ਲਈ ਬ੍ਰਹਮ ਗਿਆਨੀ ਬਣਨ ਦੀ ਲੋੜ ਨਹੀਂ ਹੈ। ਜਦੋਂ ਸਿੱਖ ਸਿੱਖੀ ਦੇ ਰਸਤੇ ਤੇ ਤੁਰਨਾ ਸ਼ੁਰੂ ਹੀ ਕਰਦਾ ਹੈ, ਉਦੋਂ ਹੀ ਗਾਤਰੇ ਕਿਰਪਾਨ ਸਹਿਤ ਕਕਾਰ ਧਾਰਨ ਕਰਨੇ ਹਨ। ਮਾੜੇ ਕਰਮਾਂ ਤੋਂ ਬਚ ਕੇ ਰਹਿਣਾ ਹੈ, ਪਰ ਮਨ ਦੀਆਂ ਬਿਰਤੀਆਂ ਨੂੰ ਮਨਮੁਖ ਤੋਂ ਸਨਮੁਖ ਦਾ ਸਫ਼ਰ ਤੈਅ ਕਰਨ ਨੂੰ ਕੁਝ ਚਿਰ ਤਾਂ ਲੱਗਦਾ ਹੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਉਦੋਂ ਤੱਕ ਗਾਤਰੇ ਕਿਰਪਾਨ ਨਹੀਂ ਪਾ ਸਕਦਾ ਜਦੋਂ ਤੱਕ ਉਸ ਦਾ ਜੀਵਨ ਐਨ ਪਰਫੈਕਟ ਨਾ ਹੋ ਜਾਵੇ। ਇਹ ਤਾਂ ਉਹ ਗੱਲ ਹੋਈ ਕਿ ਤੁਸੀਂ ਵਿਆਹ ਵਾਲੀ ਕੁੜੀ ਨੂੰ ਕਹੋ ਕਿ ਉਸ ਦੇ ਹਾਲੇ ਫੇਰੇ ਤਾਂ ਹੋਏ ਨਹੀਂ, ਉਸਨੇ ਸੁਹਾਗਣ ਦਾ ਵੇਸ ਅਤੇ ਚੂੜਾ ਕਿਉਂ ਪਹਿਨ ਲਿਆ ਹੈ। ਜਾਂ ਫੇਰੇ ਹੋਣ ਤੋਂ ਬਾਅਦ ਅਤੇ ਪਤੀ ਨਾਲ ਮਿਲਣ ਤੋਂ ਪਹਿਲਾਂ ਵਾਲੇ ਸਮੇਂ ਵਿੱਚ ਉਸ ਨੂੰ ਇਹ ਕਿਹਾ ਜਾਵੇ ਕਿ ਤੇਰਾ ਪਤੀ ਨਾਲ ਮਿਲਾਪ ਤਾਂ ਹੋਇਆ ਨਹੀਂ, ਤੂੰ ਸੁਹਾਗਣ ਵਾਲਾ ਵੇਸ ਕਿਉਂ ਧਾਰਨ ਕੀਤਾ ਹੋਇਆ ਹੈ। ਦੱਸੋ, ਜੇ ਸੁਹਾਗਣ ਵਾਲਾ ਜੋੜਾ ਨਹੀਂ ਪਾਵੇਗੀ ਤਾਂ ਹੋਰ ਕੀ ਪਾਵੇਗੀ। ਇਸੇ ਤਰ੍ਹਾਂ ਹੀ ਕਕਾਰਾਂ ਬਾਰੇ ਅਤੇ ਗੁਰਮੁਖੀ ਬਾਣੇ ਬਾਰੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਅੰਮ੍ਰਿਤ ਛਕ ਕੇ ਬਾਣਾ ਧਾਰਨ ਕਰਕੇ ਇਨਸਾਨ ਖਾਲਸਾ ਸੁਹਾਗਣਾ ਵਾਲੇ ਦਾਇਰੇ ਵਿੱਚ ਆ ਜਾਂਦਾ ਹੈ। ਪਰਮੇਸ਼ਰ ਨਾਲ ਮਿਲਾਪ ਭਾਵੇਂ ਹਾਲੇ ਨਹੀਂ ਹੋਇਆ, ਪਰ ਖਾਲਸਾ ਪਰਮੇਸ਼ਰ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਈਸਾਈ ਨੇ ਜੇ ਕ੍ਰਾਸ ਪਹਿਨ ਰੱਖਿਆ ਹੈ ਤਾਂ ਇਹ ਉਸ ਦਾ ਈਸਾ ਮਸੀਹ ਪ੍ਰਤੀ ਇਸ਼ਕ ਦਾ ਪ੍ਰਗਟਾਵਾ ਹੈ। ਉਹ ਈਸਾ ਮਸੀਹ ਵੱਲੋਂ ਸੂਲੀ ਚੜ੍ਹ ਕੇ ਸ਼ਹੀਦ ਹੋਣ ਵਾਲੇ ਮਹਾਨ ਕਰਤੱਵ ਨੂੰ ਚੇਤੇ ਰੱਖ ਰਿਹਾ ਹੈ। ਸਮਝ ਨਹੀਂ ਆਉਂਦੀ ਕਿ ਇਸ ਨਾਲ ਸਿੰਗਰ ਰਣਜੀਤ ਬਾਵੇ ਨੂੰ ਅਤੇ ਗੀਤਕਾਰ ਬੀਰ ਸਿੰਘ ਨੂੰ ਕੀ ਤਕਲੀਫ ਹੈ। ਭਾਈ, ਤੁਹਾਡਾ ਫੀਲਡ ਲੋਕ ਗੀਤ ਹੈ, ਸੋ ਕਿਰਪਾ ਕਰਕੇ ਚੰਗੇ ਲੋਕ ਗੀਤ ਗਾ ਕੇ ਆਪਣਾ ਜੀਵਨ ਨਿਰਵਾਹ ਕਰੋ। ਧਾਰਮਿਕ ਖੇਤਰ ਤੁਹਾਡਾ ਖੇਤਰ ਨਹੀਂ ਹੈ। ਧਾਰਮਿਕ ਖੇਤਰ ਨੂੰ ਗੁਰਸਿੱਖਾਂ, ਭਗਤਾਂ ਅਤੇ ਧਾਰਮਿਕ ਦਾਰਸ਼ਨਿਕਾਂ ਲਈ ਰਹਿਣ ਦਿਓ। ਬਾਕੀ ਹਿੰਦੂ ਵੀਰ ਮੰਦਰਾਂ ਵਿੱਚ ਆਪਣੇ ਇਸ਼ਟਾਂ ਦੀਆਂ ਮੂਰਤੀਆਂ ਦੀ ਸਫਾਈ ਲਈ ਦੁੱਧ ਦੀ ਵਰਤੋਂ ਕਿਉਂ ਕਰਦੇ ਹਨ, ਇਹ ਅਸੀਂ ਨਹੀਂ ਜਾਣਦੇ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਲੋਕ ਗੀਤ ਗਾਉਣ ਵਾਲੇ ਅਤੇ ਲਿਖਣ ਵਾਲੇ ਲੋਕਾਂ ਦੀ ਇਹ ਹੈਸੀਅਤ ਨਹੀਂ ਹੈ ਕਿ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਖਰਾਬ ਕਰਨ। ਆਮ ਹਿੰਦੂ ਨੇ ਤਾਂ ਇਹੋ ਸੋਚਣਾ ਹੈ ਕਿ ਇੱਕ ਸਿੱਖ ਨੇ ਗਾਣਾ ਗਾ ਕੇ ਅਤੇ ਇੱਕ ਸਿੱਖ ਨੇ ਗਾਣਾ ਲਿਖ ਕੇ ਉਹਨਾਂ ਦੇ ਧਰਮ ਦੇ ਵਿਰੁੱਧ ਟਿੱਪਣੀਆਂ ਕੀਤੀਆਂ ਹਨ। ਇਸ ਨਾਲ ਉਹ ਵੀ ਸਿੱਖਾਂ ਦੇ ਧਾਰਮਿਕ ਰਿਵਾਜ਼ਾਂ ਦੇ ਖਿਲਾਫ ਬੋਲਣਗੇ। ਜਦੋਂ ਉਹ ਬੋਲਣਗੇ ਤਾਂ ਅੱਗੋਂ ਖਾਲਸਾ ਵੀ ਬੋਲੇਗਾ। ਨਤੀਜਾ ਇਹ ਨਿਕਲੇਗਾ ਕਿ ਫਸਾਦ ਹੋਣਗੇ ਅਤੇ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਹੋਵੇਗਾ। ਨਾ ਤਾਂ ਸਿੱਖਾਂ ਨੇ ਹਰਮੰਦਰ ਸਾਹਿਬ ਦੀ ਸਫਾਈ ਲਈ ਕੱਚੀ ਲੱਸੀ ਵਰਤਣੀ ਬੰਦ ਕਰਨੀ ਹੈ, ਨਾ ਹਿੰਦੂਆਂ ਨੇ ਮੂਰਤਾਂ ਤੇ ਦੁੱਧ ਚੜਾਉਣਾ ਬੰਦ ਕਰਨਾ, ਨਾ ਹਿੰਦੂਆਂ ਨੇ ਜਨੇਊ ਪਾਉਣ ਤੋਂ ਸੰਕੋਚ ਕਰਨਾ ਹੈ,
ਨਾ ਸਿੱਖਾਂ ਨੇ ਕਕਾਰ ਸਜਾਉਣੋਂ ਹਟਣਾ ਹੈ ਅਤੇ ਨਾ ਹੀ ਈਸਾਈਆਂ ਨੇ ਕ੍ਰਾਸ ਪਾਉਣ ਤੋਂ ਗੁਰੇਜ਼ ਕਰਨਾ ਹੈ। ਹਾਂ, ਤੁਹਾਡੀਆਂ ਗੈਰ ਜ਼ਿੰਮੇਵਾਰਾਨਾ ਕਾਰਵਾਈਆਂ ਅਤੇ ਗੀਤਾਂ ਨਾਲ ਸਿੱਖਾਂ ਅਤੇ ਹਿੰਦੂਆਂ ਦੇ ਫਸਾਦ ਜ਼ਰੂਰ ਹੋ ਸਕਦੇ ਹਨ। ਸੋ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜ ਦਾ ਨੁਕਸਾਨ ਹੁੰਦਾ ਹੋਵੇ। ਅਖੀਰ ਵਿੱਚ ਅਸੀਂ ਸਮੂਹ ਸਿੰਗਰਾਂ ਅਤੇ ਗੀਤਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੇ ਗੀਤਾਂ ਦਾ ਸਮਾਜ 'ਤੇ ਬਹੁਤ ਗਹਿਰਾ ਅਸਰ ਪੈ ਰਿਹਾ ਹੈ। ਜਦੋਂ ਤੁਸੀਂ ਹਿੰਸਾਵਾਦੀ ਗੀਤ ਗਾ ਕੇ ਕਤਲੋ ਗਾਰਤ ਨੂੰ ਬੜਾਵਾ ਦਿੰਦੇ ਹੋ ਜਾਂ ਕਾਮ ਉਪਜਾਊ ਗੀਤ ਗਾ ਕੇ ਇਸਤਰੀਆਂ ਦੀ ਇੱਜ਼ਤ ਘਟਾਉਂਦੇ ਹੋ ਅਤੇ ਉਹਨਾਂ ਦੇ ਸਰੀਰ ਦੀ ਬਣਤਰ ਬਾਰੇ ਗਲਤ ਗੱਲਾਂ ਕਰਕੇ ਉਹਨਾਂ ਨੂੰ ਕੇਵਲ ਕਾਮ ਦੀਆਂ ਮੂਰਤੀਆਂ ਸਾਬਤ ਕਰਦੇ ਹੋ ਤਾਂ ਤੁਸੀਂ ਸਾਰੇ ਸਮਾਜ ਨੂੰ ਗੰਦਾ ਕਰਦੇ ਹੋ। ਜਦੋਂ ਤੁਸੀਂ ਧਰਮ 'ਤੇ ਘਟੀਆ ਟਿੱਪਣੀਆਂ ਕਰਦੇ ਹੋ ਤਾਂ ਅਮਨ ਸ਼ਾਂਤੀ ਵਾਲਾ ਮਾਹੌਲ ਖਰਾਬ ਕਰਦੇ ਹੋ। ਪਰ ਜਦੋਂ ਤੁਸੀਂ ਇਤਿਹਾਸਕ ਘਟਨਾਵਾਂ ਨੂੰ ਗੀਤਾਂ ਰਾਹੀਂ ਪ੍ਰਸਤੁਤ ਕਰਦੇ ਹੋ ਜਾਂ ਲੋਕ ਨਾਇਕਾਂ ਅਤੇ ਧਾਰਮਿਕ ਨਾਇਕਾਂ ਨੂੰ ਗੀਤਾਂ ਰਾਹੀਂ ਸਤਿਕਾਰਦੇ ਹੋ ਤਾਂ ਤੁਹਾਡੇ ਅਸਰ ਕਰਕੇ ਲੋਕਾਂ 'ਤੇ ਬੜਾ ਚੰਗਾ ਅਸਰ ਪੈਂਦਾ ਹੈ। ਸੋ ਕਿਰਪਾ ਕਰਕੇ ਆਪਣਾ ਫਰਜ਼ ਪਛਾਣੋ ਅਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਹਿੱਸਾ ਚੰਗੇ ਗੀਤ ਗਾ ਕੇ ਪਾਓ। ਸਾਡੀ ਕਿਸੇ ਸਿੰਗਰ ਜਾਂ ਗੀਤਕਾਰ ਲਈ ਕੋਈ ਜ਼ਾਤੀ ਰੰਜਿਸ਼ ਨਹੀਂ ਹੈ ਅਤੇ ਅਸੀਂ ਜੋ ਵੀ ਇਸ ਵੀਡੀਓ ਵਿੱਚ ਕਿਹਾ ਹੈ ਸੋ ਅਮਨੋ ਸ਼ਾਂਤੀ ਵਾਲਾ ਅਤੇ ਪਿਆਰ ਮੁਹੱਬਤ ਵਾਲਾ ਸਮਾਜ ਸਿਰਜਣ ਲਈ ਕਿਹਾ ਹੈ। ਅਸੀਂ ਆਸ ਕਰਦੇ ਹਾਂ ਕਿ ਦਰਸ਼ਕ ਗਲਤ ਗੀਤਾਂ ਦੀ ਹਮਾਇਤ ਕਰਕੇ ਗਲਤ ਗੱਲ ਨੂੰ ਬੜਾਵਾ ਨਹੀਂ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।